ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਸਿੱਖਾਂ ਦੇ ਸਰਵੋੱਚ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਅਤੇ ਪੰਜਾਬ ਤੋਂ ਬਹੁਤ ਦੂਰ ਰਹਿਣ ਕਰਕੇ ਔਰ ਵੀ ਕਈ ਇਲਾਕਿਆਂ ਤੋਂ ਟੁੱਟਣ ਕਰਕੇ ਹਜ਼ੂਰ ਸਾਹਿਬ ਦਾ ਇਤਿਹਾਸ ਆਮ ਸੰਗਤਾਂ ਨੂੰ ਪੂਰਾ ਪਤਾ ਨਹੀਂ ਹੈ। ਇਸ ਕਰਕੇ ਕਈ ਵਾਰੀ ਸੰਗਤਾਂ ਦੇ ਮਨ ਦੇ ਵਿੱਚ ਭੁਲੇਖਾ ਹੁੰਦਾ ਕਿ ਇੱਥੋਂ ਦਾ ਕੀ ਇਤਿਹਾਸ ਹੈ, ਤਖਤ ਸਾਹਿਬ ਜੀ ਦੀ ਰਚਨਾ ਕਿਸ ਤਰ੍ਹਾਂ ਹੋਈ ਹੈ, ਤਖਤ ਸਾਹਿਬ ਜੀ ਦੀ ਉਸਾਰੀ ਦਾ ਕੰਮ ਕਿਸ ਤਰ੍ਹਾਂ ਹੋਇਆ। ਸੋ ਇਸ ਸੰਬੰਧ ਦੇ ਵਿੱਚ ਕਈ ਵਾਰੀ ਸੰਗਤਾਂ ਨੇ ਦਾਸ ਨੂੰ ਬੇਨਤੀ ਕੀਤੀ। ਇਸ ਕਰਕੇ ਦਾਸ ਦੇ ਵੀ ਮਨ ਵਿੱਚ ਆਇਆ ਕਿ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਪਾਂ ਯਤਨ ਕਰਨਾ ਕਰੀਏ, ਜਿੰਨਾ ਵੀ ਗੁਰੂ ਮਹਾਰਾਜ ਜੀ ਦਾ ਇਤਿਹਾਸ, ਤਖਤ ਸਾਹਿਬ ਜੀ ਦੇ ਨਾਲ ਸੰਬੰਧਿਤ ਇਤਿਹਾਸ ਜਿਸ ਤਰ੍ਹਾਂ ਸਾਨੂੰ ਪਤਾ ਹੋਵੇ ਜਾਂ ਪਤਾ ਚੱਲਦਾ, ਉਹ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇ। ਸੋ ਇਸ ਕਰਕੇ ਦਾਸ ਨੇ ਇਹ ਉਦਮ ਕਰਨਾ ਕੀਤਾ ਕਿ ਤਖਤ ਸਾਹਿਬ ਜੀ ਦਾ ਇਤਿਹਾਸ, ਤਖਤ ਸਾਹਿਬ ਜੀ ਦੀ ਉਸਾਰੀ ਕਿਸ ਤਰ੍ਹਾਂ ਹੋਈ ਹੈ, ਹਜ਼ੂਰੀ ਸਿੰਘ ਕਿਹਨਾਂ ਨੂੰ ਕਹਿੰਦੇ ਹਨ, ਇਸ ਬਾਬਤ ਇਹ ਦਾਸ ਨੇ ਜੋ ਖੋਜ ਕਰਨੀ ਕੀਤੀ ਹੈ। ਨਾਲ ਪਿਆਰਿਓ, ਇਤਿਹਾਸ ਬਹੁਤ ਵੱਡਾ ਹੈ। ਕਈ ਵਾਰੀ ਆਪਾਂ ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ, ਕੁਛ ਇਤਿਹਾਸ ਦੇ ਪਹਿਲੂ, ਇਤਿਹਾਸ ਦੇ ਤੱਥ ਉਹ ਰਹਿ ਜਾਇਆ ਕਰਦੇ। ਇਸ ਕਰਕੇ ਦਾਸ ਵੱਲੋਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਨਿਮਰਤਾ ਸਹਿਤ ਬੇਨਤੀ ਹੈ, ਹੋ ਸਕਦਾ ਮੇਰੇ ਬੋਲਣ ਦੇ ਵਿੱਚ ਕੁਝ ਗਲਤੀ ਹੋ ਜਾਵੇ, ਕੁਛ ਇਤਿਹਾਸਿਕ ਤੱਥ ਜੋ ਰਹਿ ਜਾਣ, ਲੇਕਿਨ ਆਪਾਂ ਉਹਦੇ ਵਿੱਚ ਕਿੰਤੂ ਪਰੰਤੂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਇਹ ਉਪਰਾਲਾ ਜੋ ਦਾਸ ਕਰ ਰਿਹਾ, ਇਹਦੇ ਵਿੱਚ ਆਪ ਜੀ ਵੀ ਸਾਨੂੰ ਸਹਿਯੋਗ ਦਿਓ, ਕਿਉਂਕਿ ਤਖਤ ਸਾਹਿਬ ਜੀ ਦੇ ਬਾਬਤ ਕਿਹਨੂੰ ਵੀ ਜ਼ਿਆਦਾ ਪਤਾ ਨਹੀਂ ਹੈ। ਅੱਜ ਤੋਂ ਪਿਆਰਿਓ ਤਕਰੀਬਨ 1 ਸਦੀ ਪਹਿਲਾਂ ਅਕਾਲੀ ਕੌਰ ਸਿੰਘ ਜੀ ਉਹ ਤਖਤ ਸਾਹਿਬ ਜੀ ਦੀ ਯਾਤਰਾ ਕਰਨ ਵਾਸਤੇ ਹਜ਼ੂਰ ਸਾਹਿਬ ਦੇ ਵਿੱਚ ਆਏ ਸਨ। ਉਹਨਾਂ ਨੇ ਫਿਰ ਇੱਥੇ ਰਹਿ ਕਰਕੇ ਬਹੁਤ ਲੰਬਾ ਸਮਾਂ ਉਹਨਾਂ ਨੇ ਰਹਿ ਕਰਕੇ ਇੱਥੇ ਨਾਮ ਬਾਣੀ ਦਾ ਜਾਪ ਕਰਨਾ ਕੀਤਾ, ਸੇਵਾ ਸਿਮਰਨ ਕੀਤਾ। ਅਤੇ ਉਸ ਜ਼ਮਾਨੇ ਦੇ ਵਿੱਚ ਕਿਉਂਕਿ ਆਪ ਬਹੁਤ ਵੱਡੇ ਵਿਦਵਾਨ ਸਨ, ਨਿਹੰਗ ਸਿੰਘ ਮਹਾਂਪੁਰਖ ਸਨ, ਉਹਨਾਂ ਨੇ ਇੱਥੇ ਰਹਿ ਕਰਕੇ ਇੱਕ ਕਿਤਾਬ ਉਹਨਾਂ ਨੇ ਲਿਖਣੀ ਕੀਤੀ ਹੈ, ਜਿਹਦਾ ਨਾਮ ਹੈ ਹਜ਼ੂਰੀ ਸਾਥੀ। ਇਹ ਤਕਰੀਬਨ ਪਿਆਰਿਓ 1 ਸਦੀ ਪਹਿਲਾਂ ਇਹ ਗ੍ਰੰਥ ਜਿਹੜਾ ਲਿਖਿਆ ਗਿਆ ਸੀ, ਉਹਦੇ ਹਵਾਲੇ ਲੈ ਕਰਕੇ ਦਾਸ ਇਹ ਬੇਨਤੀ ਕਰਨ ਦਾ ਯਤਨ ਕਰ ਰਿਹਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਪਾਵਨ ਦੱਖਣ ਦੀ ਧਰਤੀ 'ਤੇ ਜਦੋਂ ਸਤਿਗੁਰੂ ਮਹਾਰਾਜ ਜੀ ਪਹੁੰਚਦੇ ਹਨ, ਸਿੱਖਾਂ ਨੇ ਬਹੁਤ ਵਾਰੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹ ਦੱਖਣ ਦੀ ਜੋ ਧਰਤੀ ਹੈ, ਆਪ ਇੱਥੇ ਕਿਉਂ ਜਾ ਰਹੇ ਹੋ? ਇੱਥੋਂ ਦੇ ਲੋਕ ਵੱਖਰੇ ਹਨ, ਇੱਥੋਂ ਦੀ ਬੋਲੀ ਵੱਖਰੀ ਹੈ, ਆਪਾਂ ਉੱਥੇ ਕੀ ਕਰਨਾ ਹੈ? ਅਤੇ ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਬਚਨ ਕੀਤਾ, ਖਾਲਸਾ ਜੀ, ਸਭ ਤੋਂ ਪਹਿਲੇ ਉੱਥੇ ਸਿੱਖੀ ਦਾ ਪ੍ਰਚਾਰ ਕਰਨਾ, ਨਾਲ ਦੱਖਣ ਦੀ ਜੋ ਧਰਤੀ ਹੈ, ਇੱਥੇ ਸਾਡਾ ਸਤਿਯੁਗੀ ਤਪ ਅਸਥਾਨ ਹੈ। ਮਹਾਰਾਜ ਜੀ ਨੇ ਕਿਹਾ ਅਸੀਂ ਉੱਥੇ ਜਾ ਕਰਕੇ ਸਾਡਾ ਸਤਿਯੁਗੀ ਤਪ ਅਸਥਾਨ ਉਹਨੂੰ ਪ੍ਰਗਟ ਕਰਨਾ ਹੈ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੇਅੰਤ ਚੋਜ ਕਰਦੇ, ਅਨੇਕਾਂ ਜੀਆਂ ਦਾ ਉਧਾਰ ਕਰਦੇ ਕਰਦੇ ਜਦੋਂ ਇਸ ਪਾਵਨ ਧਰਤੀ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਹੁੰਚੇ ਹਨ, ਕੁਝ ਇਤਿਹਾਸਕਾਰਾਂ ਦਾ ਮੰਨਣਾ ਸੀ ਕਿ ਮਹਾਰਾਜ ਜੀ ਨੂੰ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਆਪ ਉਹ ਕਿਹੜਾ ਅਸਥਾਨ ਹੈ, ਆਪ ਜੀ ਨੇ ਬਚਨ ਕੀਤਾ ਸੀ ਸਤਿਯੁਗੀ ਤਪ ਅਸਥਾਨ ਪ੍ਰਗਟ ਕਰਨਾ। ਅਤੇ ਕੁਝ ਇਤਿਹਾਸਕਾਰ ਕਹਿੰਦੇ ਮਹਾਰਾਜ ਜੀ ਨੇ ਦਿਖਾਇਆ ਕਿ ਇਹ ਹੈ ਭਾਈ ਉਹ ਤਪ ਅਸਥਾਨ। ਲੇਕਿਨ ਸਾਡੀ ਪੁਰਾਤਨ ਰਵਾਇਤ ਅਨੁਸਾਰ ਜੋ ਸਾਖੀ ਤਖਤ ਸਾਹਿਬ ਜੀ ਦੇ ਵਿੱਚ ਪੜ੍ਹੀ ਜਾਂਦੀ ਹੈ ਪੰਚਮੀ ਵਾਲੇ ਦਿਨ, ਉਹਦੇ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤੋਂ ਪਹਿਲਾਂ ਬਸਮਤ ਨਗਰ ਇੱਥੇ ਪਹੁੰਚੇ। ਉੱਥੇ 8-10 ਦਿਨ ਮਹਾਰਾਜ ਜੀ ਨੇ ਵਿਸ਼ਰਾਮ ਕਰਨਾ ਕੀਤਾ।
ਤਾਂ ਕਰਕੇ ਉਸ ਅਸਥਾਨ ਦਾ ਨਾਮ ਬਸਮਤ ਨਗਰ ਦਮਦਮਾ ਸਾਹਿਬ ਪੈ ਗਿਆ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਬਾਮਨਵਾੜਾ ਜੋ ਹੈ ਅਜੋਕਾ ਜੋ ਹੀਰਾ ਘਾਟ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਉੱਥੇ ਸਤਿਗੁਰੂ ਮਹਾਰਾਜ ਜੀ ਆਏ। ਉੱਥੇ ਫਿਰ ਬੇਅੰਤ ਚੋਜ ਕਰਨੇ ਕੀਤੇ ਅਤੇ ਉੱਥੇ ਹੀ ਬਹਾਦਰ ਸ਼ਾਹ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ, ਉਹਨੇ ਹੀਰਾ ਭੇਟ ਕਰਨਾ ਕੀਤਾ। ਨਾਲ ਮਨ ਵਿੱਚ ਬਹੁਤ ਜ਼ਿਆਦਾ ਅਹੰਕਾਰ ਸੀ। ਉਹਦਾ ਗਰਭ ਗੰਜਣ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਬੇਸ਼ਕੀਮਤੀ ਹੀਰੇ ਗੋਦਾਵਰੀ ਦੇ ਵਿੱਚੋਂ ਪ੍ਰਗਟ ਕਰਕੇ ਦਿਖਾਏ। ਫਿਰ ਸਤਿਗੁਰੂ ਮਹਾਰਾਜ ਮਾਤਾ ਸਾਹਿਬ ਸ਼ਿਕਾਰ ਘਾਟ ਮੂਲਾ ਖੱਤਰੀ ਦਾ ਉਧਾਰ ਕਰਕੇ ਸੰਗਤ ਸਾਹਿਬ ਫਿਰ ਆ ਕਰਕੇ ਗੋਦਾਵਰੀ ਦੇ ਕੰਢੇ ਕੰਢੇ ਹੁੰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਅਜੋਕਾ ਅਸਥਾਨ ਹੈ ਗੁਰਦੁਆਰਾ ਨਗੀਨਾ ਘਾਟ ਸਾਹਿਬ, ਉੱਥੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਡੇਰਾ ਕਰਨਾ ਕੀਤਾ, ਸਿੱਖਾਂ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਜੀ ਨੂੰ ਬਚਨ ਕੀਤਾ, ਉਹ ਬਚਨ ਚੇਤੇ ਕਰਵਾਇਆ। ਮਹਾਰਾਜ ਆਪ ਜੀ ਬਾਰ-ਬਾਰ ਕਹਿੰਦੇ ਸੀ ਕਿ ਸਾਡਾ ਸਤਿਯੁਗੀ ਤਪ ਅਸਥਾਨ ਹੈ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਉਹ ਅਸਥਾਨ ਆਪ ਜੀ ਨੇ ਕਦੋਂ ਪ੍ਰਗਟ ਕਰਨਾ? ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ 9 ਟੰਕੋਰ ਦਾ ਧਨੁਖ ਧਾਰਨ ਕਰਨਾ ਕੀਤਾ। ਉਹਦੇ ਵਿੱਚ ਖਫਰਾ ਤੀਰ ਜਿਹੜਾ ਹੈ ਉਹਨੂੰ ਰੱਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਕਾਸ਼ ਵੱਲ ਕਰਕੇ ਉਹ ਤੀਰ ਖਿੱਚ ਕਰਕੇ ਚਲਾ ਦਿੱਤਾ ਅਤੇ ਖਾਲਸੇ ਨੂੰ ਬੇਨਤੀ ਕੀਤੀ, ਬਚਨ ਕੀਤਾ, ਖਾਲਸਾ ਜੀ ਜਿੱਥੇ ਇਹ ਤੀਰ ਜਾ ਕਰਕੇ ਲੱਗੇਗਾ ਉਹ ਸਾਡਾ ਸਤਿਯੁਗੀ ਤਪ ਅਸਥਾਨ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਨਗੀਨਾ ਘਾਟ ਤੋਂ ਤੀਰ ਜਿਹੜਾ ਚਲਾ ਦਿੱਤਾ। ਗੁਰੂ ਕੇ ਸਿੰਘ ਗੁਰੂ ਕੇ ਲਾਲ ਉਹ ਤੀਰ ਦੀ ਭਾਲ ਦੇ ਵਿੱਚ ਜਦੋਂ ਆਏ, ਉਹਦੀ ਸੇਂਧ ਵੇਖ ਕਰਕੇ ਜਦੋਂ ਆਏ, ਉਹ ਤੀਰ ਜਿਹੜਾ ਹੈ ਹੁਣ ਮੌਜੂਦਾ ਜੋ ਤਖਤ ਸਾਹਿਬ ਜੀ ਦਾ ਅਸਥਾਨ, ਇੱਥੇ ਆ ਕਰਕੇ ਪਿਆਰਿਓ ਉਹ ਤੀਰ ਲੱਗਿਆ। ਇਤਿਹਾਸਕਾਰ ਕਹਿੰਦੇ ਹਨ ਉਸ ਵੇਲੇ ਇਹ ਥਾਂ ਦੇ ਉੱਤੇ ਮੁਗਲਾਂ ਦਾ ਕਬਜ਼ਾ ਸੀ। ਉਹਨਾਂ ਨੇ ਆਪਣਾ ਧਾਰਮਿਕ ਅਸਥਾਨ ਮਸੀਤ ਉਹਨਾਂ ਨੇ ਬਣਾਈ ਸੀ। ਜਦੋਂ ਤੀਰ ਆ ਕਰਕੇ ਇੱਥੇ ਲੱਗਿਆ, ਸਿੱਖਾਂ ਨੇ ਉਹਦੀ ਪੜਚੋਲਣਾ ਕਰਨੀ ਕੀਤੀ ਹੈ ਅਤੇ ਤੁਰਕਾਂ ਨੂੰ ਕਿਹਾ ਕਿ ਭਾਈ ਇਹ ਜਿਹੜਾ ਹੈ ਸਾਡਾ ਸਤਿਗੁਰੂ ਮਹਾਰਾਜ ਜੀ ਦਾ ਇਹ ਸਤਿਯੁਗੀ ਤਪ ਅਸਥਾਨ ਹੈ। ਉਹਨਾਂ ਨੇ ਇਨਕਾਰ ਕਰ ਦਿੱਤਾ, ਕਿਹਾ ਕਿ ਇਸ ਤਰ੍ਹਾਂ ਕਹਿਣ ਦੇ ਨਾਲ ਥੋੜ੍ਹੀ ਗੱਲ ਬਣ ਸਕਦੀ ਹੈ। ਫਿਰ ਸਤਿਗੁਰੂ ਮਹਾਰਾਜ ਜੀ ਵੀ ਆਪ ਚੱਲ ਕਰਕੇ ਆ ਗਏ ਅਤੇ ਫਿਰ ਜਦੋਂ ਮਹਾਰਾਜ ਜੀ ਨੇ ਵੀ ਉਹਨਾਂ ਨੂੰ ਬਚਨ ਕੀਤਾ ਕਿ ਬੇਸ਼ੱਕ ਭਾਈ ਅੱਜ ਇਹ ਧਰਤੀ ਤੁਹਾਡੀ ਹੈ, ਤੁਹਾਡੇ ਕਬਜ਼ੇ ਦੇ ਵਿੱਚ ਹੈ, ਲੇਕਿਨ ਅੱਜ ਤੋਂ ਕਈ ਸੌ ਸਾਲ ਕਈ ਸਦੀਆਂ ਪਹਿਲੇ ਇਹ ਸਾਡਾ ਸਤਿਯੁਗੀ ਤਪ ਅਸਥਾਨ ਹੋਇਆ ਕਰਦਾ ਸੀ। ਅਤੇ ਉਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ? ਇੱਥੇ ਤਾਂ ਹੁਣ ਮੌਜੂਦਾ ਸਾਡਾ ਕਬਜ਼ਾ ਹੈ, ਸਾਡੀ ਇਹ ਤਾਬੇਦਾਰੀ ਹੈ। ਫਿਰ ਜਦੋਂ ਪਿਆਰਿਓ ਗੱਲਬਾਤ ਬਹੁਤ ਵੱਧ ਗਈ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਬਚਨ ਕੀਤਾ ਕਿ ਭਾਈ ਇਹ ਜੋ ਥਾਂ ਹੈ ਇਹਨੂੰ ਆਪ ਜੀ ਪੁੱਟ ਨਾ ਕਰੋ। ਅਤੇ ਮਹਾਰਾਜ ਜੀ ਨੇ ਕੁਛ ਨਿਸ਼ਾਨੀਆਂ ਜਿਹੜੀਆਂ ਹਨ, ਕਰਮੰਡਲ ਹੋ ਗਿਆ, ਮਾਲਾ ਹੋ ਗਿਆ, ਇੱਕ ਗੜਵਾ ਜਿਹੜਾ ਹੈ, ਜੋਤ ਜਿਹੜੀ ਹੈ ਜਗਦੀ ਹੋਈ, ਇਹ ਨਿਸ਼ਾਨੀਆਂ ਸਤਿਗੁਰੂ ਮਹਾਰਾਜ ਜੀ ਨੇ ਦੱਸੀਆਂ ਅਤੇ ਉਹਨਾਂ ਨੂੰ ਬਚਨ ਕੀਤਾ ਕਿ ਇਹ ਜੋ ਥਾਂ ਹੈ ਭਾਈ ਜੋ ਤੁਹਾਡੇ ਕਬਜ਼ੇ ਵਿੱਚ ਹੈ ਇਹਨੂੰ ਤੁਸੀਂ ਪੁੱਟਣਾ ਕਰੋ। ਜੇ ਇਹ ਨਿਸ਼ਾਨੀਆਂ ਨਿਕਲ ਗਈਆਂ ਤਾਂ ਸਮਝ ਲਿਓ ਕਿ ਇਹ ਸਾਡਾ ਸਤਿਯੁਗੀ ਤਪ ਅਸਥਾਨ ਹੈ, ਫਿਰ ਇਹਦੀ ਦਾਅਵੇਦਾਰੀ ਸਾਡੀ ਹੋਵੇਗੀ। ਸਤਿਗੁਰੂ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਫਿਰ ਉਹ ਅਸਥਾਨ ਨੂੰ ਪਿਆਰਿਓ ਜਦੋਂ ਪੁੱਟਿਆ ਗਿਆ, ਜੋ ਜੋ ਮਹਾਰਾਜ ਜੀ ਨੇ ਨਿਸ਼ਾਨੀਆਂ ਦੱਸੀਆਂ ਸਨ ਉਹ ਸਾਰੀਆਂ ਨਿਸ਼ਾਨੀਆਂ ਉੱਥੋਂ ਜਦੋਂ ਪ੍ਰਗਟ ਹੋ ਗਈਆਂ, ਗੁਰੂ ਕੇ ਸਿੰਘ ਉਹਨਾਂ ਦੀ ਲਾਲੀ ਚੜ੍ਹ ਗਈ, ਬਹੁਤ ਆਨੰਦ ਦੇ ਵਿੱਚ ਆ ਗਏ ਕਿ ਮਹਾਰਾਜ ਜੀ ਨੇ ਆਪਣਾ ਸਤਿਯੁਗੀ ਤਪ ਅਸਥਾਨ ਜਿਹੜਾ ਹੈ ਉਹਨੂੰ ਪ੍ਰਗਟ ਕਰਨਾ ਕੀਤਾ। ਫਿਰ ਦੂਜੇ ਪਾਸੇ ਜੋ ਮੁਸਲਮਾਨ ਵੀਰ ਸਨ ਉਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਬੇਸ਼ੱਕ ਕਿਸੇ ਜ਼ਮਾਨੇ ਦੇ ਵਿੱਚ ਇਹ ਤੁਹਾਡਾ ਅਸਥਾਨ ਹੋ ਸਕਦਾ ਸੀ, ਲੇਕਿਨ ਅੱਜ ਮਹਾਰਾਜ ਇਹ ਸਾਡਾ ਅਸਥਾਨ ਹੈ, ਅਸੀਂ ਇਹਦਾ ਕਬਜ਼ਾ ਨਹੀਂ ਛੱਡਣਾ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੋ ਤਖਤ ਸਾਹਿਬ ਵਾਲਾ ਅੰਦਰ ਦਾ ਅਸਥਾਨ ਜੋ ਹੈ, ਮਹਾਰਾਜ ਜੀ ਨੇ ਕਿਹਾ ਕਿ ਭਾਈ ਅਸੀਂ ਜ਼ਬਰਨ ਇਹ ਤੁਹਾਡੇ ਤੋਂ ਜ਼ਮੀਨ ਨਹੀਂ ਲੈਂਦੇ ਹਾਂ। ਮਹਾਰਾਜ ਜੀ ਨੇ ਉਹਨਾਂ ਨੂੰ
ਉਹ ਸਾਰੀ ਥਾਂ ਜੋ ਹੈ ਤਖਤ ਸਾਹਿਬ ਵਾਲੀ ਉਹ ਸੋਨੇ ਦੀਆਂ ਮੋਹਰਾਂ ਵਿਛਾ ਕਰਕੇ ਮਹਾਰਾਜ ਜੀ ਨੇ ਉਹਨਾਂ ਨੂੰ ਮਾਇਆ ਦਿੱਤੀ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਧਾਰਮਿਕ ਅਸਥਾਨ ਮਸੀਤ ਜੋ ਹੈ ਉਹ ਦੂਜੇ ਪਾਸੇ ਜਾ ਕਰਕੇ ਬਣਾ ਲਿਓ ਅਤੇ ਇਹ ਅਸਥਾਨ ਜਿਹੜਾ ਸਾਨੂੰ ਦਿੱਤਾ ਜਾਵੇ। ਜਦੋਂ ਬਹੁਤ ਜ਼ਿਆਦਾ ਮਾਇਆ ਉਹਨਾਂ ਨੂੰ ਪ੍ਰਾਪਤ ਹੋ ਗਈ, ਉਹ ਵੀ ਪਿਆਰਿਓ ਰਾਜੀ ਹੋ ਗਏ ਅਤੇ ਮਾਇਆ ਲੈ ਕਰਕੇ ਉਹਨਾਂ ਨੇ ਆਪਣਾ ਅਸਥਾਨ ਧਾਰਮਿਕ ਅਸਥਾਨ ਦੂਜੇ ਪਾਸੇ ਬਣਾ ਦਿੱਤਾ। ਫਿਰ ਪਿਆਰਿਓ ਜੋ ਉੱਥੇ ਮਜੌਰੀ ਸੀ, ਜੋ ਉੱਥੇ ਮਸੀਤ ਦੇ ਵਿੱਚ ਸੇਵਾ ਕਰਦਾ ਸੀ ਮੌਲਾਣਾ, ਉਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਿਹਾ ਸਤਿਗੁਰੂ ਮਹਾਰਾਜ ਬੇਸ਼ੱਕ ਆਪ ਜੀ ਨੇ ਬਹੁਤ ਜ਼ਿਆਦਾ ਮਾਇਆ ਦਿੱਤੀ ਹੈ, ਇੰਨੀ ਤਾਂ ਇਹਦੀ ਕੀਮਤ ਨਹੀਂ ਹੈ, ਇਹਦੇ ਕੀਮਤ ਤੋਂ ਕਈ ਗੁਣਾ ਜ਼ਿਆਦਾ ਆਪ ਜੀ ਨੇ ਮਾਇਆ ਦਿੱਤੀ, ਲੇਕਿਨ ਮਾਇਆ ਦਾ ਮਹਾਰਾਜ ਕੋਈ ਭਰੋਸਾ ਨਹੀਂ ਹੈ, ਇਹ ਮਾਇਆ ਕਦੇ ਵੀ ਖਤਮ ਹੋ ਸਕਦੀ ਹੈ ਅਤੇ ਸਾਡਾ ਗੁਜ਼ਰ ਬਸਰ ਹੀ ਇਸ ਮਸੀਤ ਕਰਕੇ ਹੁੰਦਾ ਸੀ ਅਤੇ ਹੁਣ ਮਹਾਰਾਜ ਸਾਡੇ ਰੋਜੀ ਰੋਟੀ ਦਾ ਕੀ ਹੋਵੇਗਾ, ਮੇਰੀ ਅਗਲੀ ਸੰਤਾਨ ਅਗਲੀ ਜੋ ਪੀੜ੍ਹੀ ਹੈ ਉਹਨਾਂ ਦਾ ਕੀ ਬਣੇਗਾ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਇਆ ਦੇ ਘਰ ਵਿੱਚ ਆਏ, ਉਸ ਮੁਜੌਰੀ ਨੂੰ ਬਚਨ ਕੀਤਾ ਕਿ ਭਾਈ ਤੂੰ ਫਿਕਰ ਨਾ ਕਰਨਾ ਕਰ, ਇੱਥੇ ਬਹੁਤ ਵੱਡਾ ਅਸਥਾਨ ਬਣੇਗਾ ਅਤੇ ਤੇਰੇ ਪੀੜ੍ਹੀ ਦਰ ਪੀੜ੍ਹੀ ਜੋ ਵੀ ਹੋਣਗੇ ਅਤੇ ਅਸੀਂ ਲਿਖਤ ਕਰਕੇ ਦਿੰਦੇ ਹਾਂ, ਤੁਹਾਨੂੰ ਰਸਦ ਜੋ ਹੈ ਗੁਰੂ ਘਰ ਦੇ ਵਿੱਚੋਂ ਮੋਦੀ ਖਾਨੇ ਦੇ ਵਿੱਚੋਂ ਤੁਹਾਨੂੰ ਪ੍ਰਾਪਤ ਹੋਵੇਗੀ। ਅਤੇ ਪਿਆਰਿਓ ਸੀਨਾ ਬਾ ਸੀਨਾ ਉਹ ਮੁਸਲਮਾਨ ਵੀਰਾਂ ਦਾ ਜੋ ਪਰਿਵਾਰ ਹੈ ਉਹ ਗੁਰੂ ਘਰ ਦੇ ਵਿੱਚੋਂ ਰਸਦ ਪ੍ਰਾਪਤ ਕਰਦਾ ਸੀ। ਸਾਲ ਦੇ ਵਿੱਚ ਜਦੋਂ ਮਹੱਲੇ ਹੁੰਦੇ ਸਨ, ਵਿਸ਼ੇਸ਼ ਕਰਕੇ ਉਹਨਾਂ ਨੂੰ ਕੱਪੜੇ ਆਦਿਕ ਦਿੱਤੇ ਜਾਂਦੇ ਅਤੇ ਸਾਡੇ ਬਜ਼ੁਰਗ ਦੱਸਦੇ ਸਨ ਅੱਜ ਤੋਂ ਤਕਰੀਬਨ 30-40 ਸਾਲ ਪਹਿਲੇ ਤੱਕ ਉਹਨਾਂ ਦੇ ਪਰਿਵਾਰ ਦਾ ਜੋ ਮੈਂਬਰ ਹੈ ਉਹ ਤਖਤ ਸਾਹਿਬ ਦੇ ਵਿੱਚ ਹੇਠ ਜਿਹੜਾ ਨਿਸ਼ਾਨ ਸਾਹਿਬ ਹੈ ਉੱਥੇ ਉਹ ਗੁਰੂ ਘਰ ਦੀ ਸਾਖੀ ਸੁਣਾਉਂਦਾ ਸੀ। ਸਾਖੀ ਸੁਣਾ ਕਰਕੇ ਕਹਿੰਦਾ ਕਿ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਨਾਲ ਨਿਆਂ ਕਰਨਾ ਕੀਤਾ, ਬਹੁਤ ਵੱਡੇ ਉਹ ਦਿਆਲੂ ਸਨ, ਉਹਨਾਂ ਨੇ ਜ਼ਮੀਨ ਦੀ ਮਾਇਆ ਤਾਂ ਦਿੱਤੀ ਹੈ, ਨਾਲ ਸਾਨੂੰ ਉਹਨਾਂ ਨੇ ਆਪਣੇ ਘਰ ਦੇ ਵਿੱਚੋਂ ਮੋਦੀ ਖਾਨੇ ਦੇ ਵਿੱਚੋਂ ਉਹਨਾਂ ਨੇ ਰਸਦ ਲਾ ਦਿੱਤੀ। ਅੱਜ ਵੀ ਗੁਰੂ ਘਰ ਦੇ ਵਿੱਚੋਂ ਰਸਦ ਲੈ ਕਰਕੇ ਸਾਡਾ ਪਰਿਵਾਰ ਜਿਹੜਾ ਹੈ ਆਪਣਾ ਗੁਜ਼ਰ ਬਸਰ ਕਰ ਰਿਹਾ। ਉਹ ਗੁਰੂ ਘਰ ਦੀ ਸਾਖੀ ਸੁਣਾਉਂਦੇ ਸਨ, ਬੜਾ ਪਿਆਰਿਓ ਉਹ ਫਖਰ ਮਹਿਸੂਸ ਕਰਦੇ ਸਨ। ਅਤੇ ਕੁਛ ਇਤਿਹਾਸਕਾਰਾਂ ਨੇ ਜਿਨ੍ਹਾਂ ਨੇ ਇਸ ਬਾਬਤ ਖੋਜ ਕੀਤੀ, ਉਹਨਾਂ ਨੇ ਕਿਹਾ ਕਿ ਉਹਨਾਂ ਪਰਿਵਾਰ ਦੇ ਵਿੱਚੋਂ ਅਖੀਰਲਾ ਜਿਹੜਾ ਵਿਅਕਤੀ ਹੋਇਆ ਸੀ ਉਹਦਾ ਨਾਮ ਸੀ ਭੀਖੂ ਮੀਆਂ, ਅਤੇ ਉਦੋਂ ਤੱਕ ਉਹਨੇ ਰਸਦ ਪ੍ਰਾਪਤ ਕਰਨੀ ਕੀਤੀ। ਕਹਿੰਦੇ ਬਾਅਦ ਵਿੱਚ ਉਹ ਪਰਿਵਾਰ ਜਿਹੜਾ ਹੈ ਹੁਣ ਇੱਥੋਂ ਹਟ ਗਿਆ ਅਤੇ ਦੂਜੇ ਪਾਸੇ ਪਤਾ ਨਹੀਂ ਉਹ ਵਿਦੇਸ਼ਾਂ ਦੇ ਵਿੱਚ ਉਹ ਚੱਲ ਗਏ ਹਨ। ਕਹਿਣ ਦਾ ਭਾਵ ਸਤਿਗੁਰੂ ਮਹਾਰਾਜ ਜੀ ਨੇ ਉਹ ਥਾਂ ਜਿਹੜੀ ਹੈ ਮੁੱਲ ਖਰੀਦ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਆਪਣਾ ਡੇਰਾ ਕਰਨਾ ਕੀਤਾ। ਫਿਰ ਜੋ ਥਰੜਾ ਜੋ ਨਿਸ਼ਾਨ ਸਾਹਿਬ ਹੈ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਅਤੇ ਗੁਰਤਾ ਗੱਦੀ ਦੇ ਕਰਕੇ ਫਿਰ ਜਦੋਂ ਪਿਆਰਿਓ ਤੁਰਕਾਂ ਨੇ ਜਮਸ਼ਦ ਖਾਂ ਅਤੇ ਗੁਲ ਖਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਕਾਤਲਾਨਾ ਹਮਲਾ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਦੋਂ ਬੱਖੀ ਦੇ ਵਿੱਚ ਉਹਨਾਂ ਨੇ ਵਾਰ ਕਰਨਾ ਕੀਤਾ, ਪਹਿਲੇ ਤਾਂ ਸਿੱਖਾਂ ਨੇ ਕਹਿ ਕਰਕੇ ਜਰਾ ਦੇ ਕੋਲੋਂ ਮਹਾਰਾਜ ਜੀ ਦਾ ਇਲਾਜ ਕਰਵਾਇਆ, ਤੋਪੇ ਲਾ ਦਿੱਤੇ ਗਏ, ਟਾਂਕੇ ਲਾ ਦਿੱਤੇ ਗਏ। ਇੱਕ ਦਿਨ ਮੌਜਾਂ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਧਨਖ ਦਾ ਚਿੱਲਾ ਚੜਾਉਣਾ ਕੀਤਾ, ਪੂਰਾ ਜਦੋਂ ਬਲ ਲੱਗਿਆ ਉਹ ਜਿਹੜੇ ਟਾਕੇ ਜਿਹੜੇ ਸਨ ਤਾੜ ਕਰਕੇ ਉਹ ਟੁੱਟ ਗਏ, ਅੰਦਰੋਂ ਪਿਆਰਿਓ ਲਹੂ ਵਗਣਾ ਸ਼ੁਰੂ ਹੋ ਗਿਆ। ਜਿਹੜਾ ਘਾਹ ਜਿਹੜਾ ਸੀ ਅੰਦਰੋਂ ਉਹ ਤਾਂ ਕੱਚਾ ਸੀ, ਫਿਰ ਉਹ ਹਰਾ ਭਰਾ ਹੋ ਗਿਆ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਉਪਚਾਰ ਕਰੀਏ, ਵੈਦ ਹਕੀਮ ਨੂੰ ਸੱਦੀਏ। ਮਹਾਰਾਜ ਜੀ ਨੇ ਕਿਹਾ ਨਹੀਂ ਖਾਲਸਾ ਜੀ, ਹੁਣ ਸਾਡਾ ਅੰਤਮ ਸਮਾਂ ਆ ਗਿਆ, ਹੁਣ ਪ੍ਰਭ ਪੁਰਖ ਪਿਆਨਾ ਕਰਨ ਦਾ ਸਮਾਂ ਨਜ਼ਦੀਕ ਆ ਗਿਆ ਹੈ। ਇਹ ਕਹਿ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੋ ਪਿਆਰਿਓ ਆਪ ਜੀ ਜਦੋਂ ਦਰਸ਼ਨ ਕਰਨ ਵਾਸਤੇ ਆਉਂਦੇ ਹੋ ਤਖਤ ਸਾਹਿਬ ਜੀ ਦੇ ਵਿੱਚ
ਹੇਠਲਾ ਜੋ ਨਿਸ਼ਾਨ ਸਾਹਿਬ ਹੈ, ਮਹਾਂਪੁਰਖ ਵਿਦਵਾਨ ਦੱਸਿਆ ਕਰਦੇ ਕਿ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਜਾਰੀ ਕਰਨਾ ਕੀਤਾ। ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਬਚਨ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਦੇਹਧਾਰੀ ਦੀ ਪਰੰਪਰਾ ਨੂੰ ਖਤਮ ਕਰਨਾ ਕੀਤਾ ਤੇ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਹੈ। ਸ਼ਬਦ ਗੁਰੂ ਦੀ ਪ੍ਰਧਾਨਤਾ ਖਾਲਸੇ ਦੇ ਵਿੱਚ ਦ੍ਰਿੜ ਕਰਵਾਉਣੀ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ 5 ਪੈਸੇ ਨਰਿਏਲ ਰੱਖ ਕਰਕੇ ਮੱਥਾ ਟੇਕਣਾ ਕੀਤਾ ਤੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੌਂਪ ਦਿੱਤੀ ਹੈ ਸਦੀਵ ਕਾਲ ਦੇ ਵਾਸਤੇ। ਦੂਜ ਵਾਲੇ ਦਿਨ ਸਨ 1708 ਦੂਜ ਵਾਲੇ ਦਿਨ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ। ਫਿਰ ਮਹਾਰਾਜ ਜੀ ਨੇ ਪਿਛਲੇ ਪਾਸੇ ਜੋ ਮਹਾਰਾਜ ਜੀ ਦਾ ਪੁਰਾਤਨ ਤਪ ਅਸਥਾਨ ਸੀ, ਉਹ ਅਸਥਾਨ 'ਤੇ ਮਹਾਰਾਜ ਜੀ ਨੇ ਫਿਰ ਕਨਾਤ ਤਾਨ ਕਰਕੇ ਸਤਿਗੁਰੂ ਮਹਾਰਾਜ ਅੰਦਰ ਚਲ ਗਏ ਤੇ ਖਾਲਸੇ ਨੂੰ ਬਚਨ ਕੀਤਾ, ਖਾਲਸਾ ਜੀ ਵਿਰਾਗ ਨਹੀਂ ਕਰਨਾ, ਵਿਰਾਗ ਆਪ ਬਿਲਕੁਲ ਨਹੀਂ ਕਰਨਾ ਹੈ ਤੇ ਗੁਰਬਾਣੀ ਦਾ ਤੁਸੀਂ ਜਾਪ ਕਰਨਾ ਕਰੋ। ਤੇ ਪਿਆਰਿਓ, ਇਹ ਜੋ ਪਾਵਨ ਅਸਥਾਨ ਜੋ ਹੈ, ਇਹਦੀ ਸੇਵਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ ਜੋ ਹੋਏ ਹਨ ਤਖਤ ਸਾਹਿਬ ਜੀ ਦੇ ਪਹਿਲੇ ਜਥੇਦਾਰ, ਉਹਨਾਂ ਨੂੰ ਪਿਆਰਿਓ ਇੱਥੋਂ ਦੀ ਸੇਵਾ ਜਿਹੜੀ ਹੈ ਸੌਂਪੀ ਗਈ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਤਾਈਂ ਬਚਨ ਕੀਤਾ, ਕਿਹਾ ਕਿ ਭਾਈ ਸੰਤੋਖ ਸਿੰਘ ਜੀ ਇਸ ਥਲ ਰਹੋ ਦੇਗ ਵਰਤਾ ਵਹੋ, ਭਾਵ ਕਿ ਇਹ ਅਸਥਾਨ 'ਤੇ ਰਹਿ ਕਰਕੇ ਤੁਸੀਂ ਦੇਗ ਚਲਾਓ, ਲੰਗਰ ਤੁਸੀਂ ਚਲਾਉਣਾ ਕਰੋ। ਸ਼ਰਧਾ ਯੁਤ ਸੋਠ ਸਿੰਘ ਟਿਕਾ ਵਹੋ, ਜਿਹੜਾ ਵੀ ਕੋਈ ਗੁਰੂ ਕਾ ਸਿੰਘ ਆਵੇ, ਗੁਰੂ ਕਾ ਲਾਲ ਆਵੇ, ਉਹਨੂੰ ਸ਼ਰਧਾ ਦੇ ਨਾਲ ਇੱਥੇ ਟਿਕਾਉਣਾ ਕਰੋ। ਦਰਬ ਅਸੰਖ ਇਹਾਂ ਜੋ ਆਏ, ਬਹੁਤ ਸਾਰੀ ਜੋ ਮਾਇਆ ਆਵੇਗੀ, ਤਿਸ ਤੇ ਨਹਿ ਮੰਦਰ ਚਿਨਵਾਏ। ਮਹਾਰਾਜ ਜੀ ਨੇ ਇਹ ਬਚਨ ਕੀਤਾ ਕਿ ਉਸ ਮਾਇਆ ਦੇ ਨਾਲ ਇੱਥੇ ਮੰਦਰ ਜਿਹੜਾ ਹੈ ਮੰਦਰ ਨਹੀਂ ਬਣਾਉਣਾ, ਸਗੋਂ ਉਹ ਮਾਇਆ ਜੋ ਹੈ ਲੰਗਰ ਵਾਸਤੇ ਤੁਸੀਂ ਖਰਚ ਕਰਨਾ ਕਰੋ। ਕਈ ਸੱਜਣ ਇਹ ਵੀ ਕਹਿੰਦੇ ਕਿ ਮਹਾਰਾਜ ਜੀ ਨੇ ਸ਼ਰਾਪ ਦੇ ਦਿੱਤਾ ਕਿ ਜਿਹੜਾ ਵੀ ਭਾਈ ਸਾਡਾ ਅੰਤਮ ਅਸਥਾਨ ਬਣਾਵੇਗਾ ਉਹਦੀ ਵੰਸ਼ ਖਤਮ ਹੋ ਜਾਵੇਗੀ, ਲੇਕਿਨ ਇਤਿਹਾਸ ਦੇ ਵਿੱਚ ਪਿਆਰਿਓ ਇਹਦਾ ਕੋਈ ਪ੍ਰਮਾਣ ਪ੍ਰਾਪਤ ਨਹੀਂ ਹੁੰਦਾ। ਹਾਂ, ਮਹਾਰਾਜ ਜੀ ਨੇ ਇਹ ਬਚਨ ਜ਼ਰੂਰ ਕੀਤਾ ਕਿ ਇੱਥੇ ਜੋ ਵੀ ਮਾਇਆ ਆਵੇਗੀ ਮੰਦਰ ਵਾਸਤੇ ਨਹੀਂ, ਲੰਗਰ ਵਾਸਤੇ, ਗੁਰੂ ਕੀ ਸਿੱਖੀ ਦੇ ਪ੍ਰਚਾਰ ਵਾਸਤੇ ਇੱਥੇ ਮਾਇਆ ਜਿਹੜੀ ਹੈ ਤੁਸੀਂ ਖਰਚ ਕਰਨਾ ਕਰੋ। ਸਗਲ ਦੇਗ ਪਰ ਦੇਹੋ ਲਗਾਈ, ਜੋ ਵੀ ਮਾਇਆ ਆਵੇਗੀ ਸਾਰੀ ਮਾਇਆ ਦੇਗ ਦੇ ਉੱਤੇ ਲਾ ਦਿਓ। ਪੰਚਾਮ੍ਰਿਤ ਆਦਿਕ ਵਰਤਾਈ, ਪੰਚਾਮ੍ਰਿਤ ਕੜਾ ਪ੍ਰਸ਼ਾਦ ਆਦਿਕ ਇਹ ਵੀ ਤੁਸੀਂ ਵਰਤਾਵਨਾ ਕਰੋ। ਕਰੋ ਪਕਾਵਨ ਦੇਹ ਵਰਤਾਏ, ਧਨ ਕੀ ਚਿੰਤਾ ਕਰੋ ਨਾ ਕਾਏ, ਧਨ ਦੀ ਕਦੇ ਵੀ ਚਿੰਤਾ ਨਹੀਂ ਕਰਨੀ ਹੈ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਫਿਰ ਬਚਨ ਕਰਨਾ ਕੀਤਾ, ਕਿਹਾ ਕਿ ਸਤਿਗੁਰੂ ਮਹਾਰਾਜ ਜੇ ਪੰਜਾਬ ਦੀ ਧਰਤੀ ਹੁੰਦੀ ਤਾਂ ਧਨ ਦੀ ਉਗਰਾਹੀ ਦੀ ਕੋਈ ਚਿੰਤਾ ਨਹੀਂ ਹੁੰਦੀ, ਲੇਕਿਨ ਮਹਾਰਾਜ ਇਹ ਸਾਡਾ ਇਲਾਕਾ ਨਹੀਂ ਹੈ, ਲੋਕ ਵੱਖਰੇ ਹਨ, ਬੋਲੀ ਇਹਨਾਂ ਦੀ ਵੱਖਰੀ ਹੈ, ਕੌਣ ਮਾਇਆ ਭੇਟ ਕਰੇਗਾ, ਗੁਰੂ ਘਰ ਦਾ ਖਰਚਾ ਕਿਸ ਤਰ੍ਹਾਂ ਚਲੇਗਾ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਥੇਦਾਰ ਸਭ ਤੋਂ ਪਹਿਲੇ ਜੋ ਤਖਤ ਸਾਹਿਬ ਜੀ ਦੇ ਹੋਏ ਭਾਈ ਸੰਤੋਖ ਸਿੰਘ ਸਾਹਿਬ ਜੀ, ਉਹਨਾਂ ਨੂੰ ਵਰ ਦਿੱਤਾ ਕਿ ਖੀਸਾ ਜਿਹੜਾ ਮੇਰਾ ਹੋਵੇਗਾ ਤੇ ਹੱਥ ਜਿਹੜਾ ਹੈ ਇਹ ਤੁਹਾਡਾ ਹੋਵੇਗਾ। ਇਹ ਮਹਾਰਾਜ ਜੀ ਨੇ ਉਹਨਾਂ ਨੂੰ ਵਰ ਦਿੱਤਾ ਕਿ ਆ ਸੰਤੋਖ ਸਿੰਘ ਜੀ, ਜਦੋਂ ਵੀ ਮਾਇਆ ਦੀ ਲੋੜ ਪਵੇਗੀ ਕਦੇ ਹਿਚਕਚਾਉਣਾ ਨਹੀਂ, ਸਾਡੇ ਬੋਝੇ ਦੇ ਵਿੱਚੋਂ ਖੀਸਾ ਸਾਡਾ ਹੋਵੇਗਾ, ਸਾਡੇ ਖੀਸੇ ਦੇ ਵਿੱਚੋਂ ਮਾਇਆ ਕੱਢ ਕੇ ਖੁੱਲ੍ਹ ਦਿਲ ਦੇ ਨਾਲ ਇੱਥੇ ਲੰਗਰ ਚਲਾਓ, ਗੁਰਸਿੱਖੀ ਦਾ ਪ੍ਰਚਾਰ ਕਰਨਾ ਕਰੋ। ਇੰਜ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅਸਥਾਨ ਦੀ ਜੋ ਸੇਵਾ ਜਥੇਦਾਰ ਬਾਬਾ ਸੰਤੋਖ ਸਿੰਘ ਸਾਹਿਬ ਜੀ ਨੂੰ ਜਥੇਦਾਰ ਥਾਪ ਕਰਕੇ ਉਹਨਾਂ ਨੂੰ ਸੇਵਾ ਸੌਂਪ ਕਰਕੇ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਨਾਤ ਦੇ ਵਿੱਚ ਪ੍ਰਵੇਸ਼ ਕਰ ਗਏ। ਇਤਿਹਾਸਕਾਰ ਇਹ ਵੀ ਬਚਨ ਕਰਦੇ ਹਨ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਸ ਕਨਾਤ ਦੇ ਵਿੱਚ ਪਹਿਲਾਂ ਹੀ ਪੂਰਾ ਪ੍ਰਬੰਧ ਕਰਨਾ ਕੀਤਾ। ਚੰਦਨ ਦੀ ਜੋ ਚਿਖਾ ਮਹਾਰਾਜ ਜੀ ਨੇ ਆਪ ਸਜਾਈ ਹੈ। ਵਿਦਵਾਨ ਇਹ ਵੀ ਕਿਹਾ ਕਰਦੇ ਕਿ ਜੋ ਗੋਬਿੰਦ ਬਾਗ ਵਾਲਾ ਅਸਥਾਨ ਹੈ, ਇੱਥੋਂ ਚੰਦਨ ਦੀ ਲੱਕੜ ਮਹਾਰਾਜ ਜੀ ਨੇ ਮੰਗਾਉਣਾ ਕੀਤਾ। ਪੂਰਾ ਕਨਾਤ ਦੇ ਅੰਦਰ ਪ੍ਰਵੇਸ਼ ਮਹਾਰਾਜ ਜੀ ਨੇ ਪ੍ਰਬੰਧ ਕਰ ਲਿਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਅੰਦਰ ਪ੍ਰਵੇਸ਼ ਕਰ ਗਏ, ਕਨਾਤ ਨੂੰ ਬੰਦ ਕਰ ਦਿੱਤਾ ਗਿਆ ਤੇ ਸਿੱਖਾਂ ਨੂੰ ਕਹਿ ਦਿੱਤਾ ਕਿ ਸਿੱਖੋ ਤੁਸੀਂ ਕੋਈ ਲਾਗੇ ਨਹੀਂ ਆਵੇਗਾ, ਹੁਣ ਅਸੀਂ ਆਪਣੀ ਖੇਡ ਕਰਨੀ ਹੈ, ਚੋਜ ਵਰਤਾਉਣਾ ਹੈ। ਇਹ ਕਹਿ ਕਰਕੇ ਸਾਰੇ ਸਿੱਖਾਂ ਨੂੰ ਪਾਸੇ ਲਾਂਬੇ ਕਰ ਦਿੱਤਾ। ਮਹਾਰਾਜ ਜੀ ਨੇ ਇਹੀ ਕਿਹਾ ਕਿ ਤੁਸੀਂ ਲਗਾਤਾਰ ਕੀਰਤਨ ਕਰੀ ਜਾਓ। ਤੇ ਇਹ ਵੀ ਬਚਨ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਕਿ ਮਾਰੂ ਰਾਗ ਦਾ ਜੋ ਸ਼ਬਦ ਹੈ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸ਼ਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ ਹੈ, ਸਤਿਗੁਰ ਕੀ ਸ਼ਰਨਾਈ। ਇਹ ਮਹਾਰਾਜ ਜੀ ਨੇ ਉਚੇਚੇ ਤੌਰ 'ਤੇ ਰਾਗੀ ਸਿੰਘਾਂ ਨੂੰ ਕਿਹਾ ਕਿ ਇਹ ਸ਼ਬਦ ਦਾ ਕੀਰਤਨ ਕਰੀ ਜਾਓ ਤੇ ਜਾਪ ਕਰੀ ਜਾਓ। ਤੇ ਮਹਾਰਾਜ ਜੀ ਨੇ ਦੂਜ ਵਾਲੇ ਦਿਨ ਗੁਰਤਾ ਗੱਦੀ ਅਰਪਣ ਕੀਤੀ। ਮਹਾਰਾਜ ਫਿਰ ਕਨਾਤ ਵਿੱਚ ਪ੍ਰਵੇਸ਼ ਕਰਕੇ ਪੰਚਮੀ ਵਾਲੇ ਦਿਨ ਸਤਿਗੁਰੂ ਮਹਾਰਾਜ ਜੀ ਨੇ ਸੱਚਖੰਡ ਗਮਨ ਕਰਨਾ ਕੀਤਾ। ਕੁਛ ਪਿਆਰਿਓ ਵਿਦਵਾਨ ਆਪਣੀ ਆਪਣੀ ਮਤ ਅਨੁਸਾਰ ਉਹ ਅਨੁਮਾਨ ਲਾਉਂਦੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਕਿ ਉੱਥੇ ਇਹ ਹੋਇਆ, ਉੱਥੇ ਉਹ ਹੋਇਆ। ਲੇਕਿਨ ਪਿਆਰਿਓ, ਜੇ ਆਪਾਂ ਇਤਿਹਾਸ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਇਹ ਚੋਜ ਵਰਤਾਇਆ ਹੈ। ਇਹ ਮਹਾਰਾਜ ਜੀ ਨੇ ਲੀਲਾ ਕਰਨੀ ਕੀਤੀ ਹੈ। ਕਿਹਨੂੰ ਵੀ ਪਤਾ ਨਹੀਂ ਹੈ ਕਿ ਅੰਦਰ ਕੀ ਹੋਇਆ, ਕੀ ਭਾਣਾ ਸਤਿਗੁਰੂ ਮਹਾਰਾਜ ਜੀ ਨੇ ਵਰਤਾਉਣਾ ਕੀਤਾ, ਕਿਸ ਤਰ੍ਹਾਂ ਪ੍ਰਭਪੁਰ ਪਿਆਨਾ ਕਰਨਾ ਕੀਤਾ ਹੈ। ਇਹ ਤਾਂ ਸਤਿਗੁਰੂ ਮਹਾਰਾਜ ਹੀ ਜਾਣਦੇ ਹਨ। ਤੇ ਇਹ ਗੱਲ ਨੂੰ ਮਹਾਰਾਜ ਜੀ ਫਿਰ ਗੋਹਜ ਰੱਖਣ ਦੇ ਵਾਸਤੇ ਹੀ ਤਾਂ ਮਹਾਰਾਜ ਜੀ ਨੇ ਕਨਾਤ ਜਿਹੜੀ ਹੈ ਤਾਣ ਦਿੱਤੀ। ਜੇ ਮਹਾਰਾਜ ਜੀ ਨੂੰ ਇਹ ਪ੍ਰਗਟ ਦੇ ਤੌਰ 'ਤੇ ਕੋਈ ਕਰਾਮਾਤ, ਕੋਈ ਲੀਲਾ ਕਰਨੀ ਹੁੰਦੀ ਤਾਂ ਮਹਾਰਾਜ ਫਿਰ ਕਨਾਤ ਨਹੀਂ ਤਾਣਦੇ। ਮਹਾਰਾਜ ਜੀ ਨੇ ਕਨਾਤ ਤਾਣ ਕਰਕੇ ਅੰਦਰ ਜੋ ਭਾਣਾ ਵਰਤਿਆ ਉਹ ਸਿਰਫ ਸਤਿਗੁਰੂ ਮਹਾਰਾਜ ਜੀ ਜਾਣਦੇ ਹਨ। ਕਿਸ ਤਰ੍ਹਾਂ, ਕਿਉਂ ਤੇ ਕਦੋਂ ਉਹ ਭਾਣਾ ਵਰਤਿਆ ਹੈ। ਫਿਰ ਜਦੋਂ ਉੱਥੇ ਲਾਟਾਂ ਮੱਚ ਗਈਆਂ, ਖਾਲਸੇ ਦੇ ਮਨ ਵਿੱਚ ਵਿਰਾਗ ਆ ਗਿਆ। ਖਾਲਸਾ ਜਿਹੜਾ ਇਹ ਸਮਝ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਗਮਨ ਕਰਨਾ ਕੀਤਾ, ਪਿਆਨਾ ਕਰਨਾ ਕੀਤਾ। ਫਿਰ ਪਿਆਰਿਓ, 6ਵੀਂ ਵਾਲੀ ਰਾਤ, 6ਵੀਂ ਵਾਲੇ ਦਿਨ ਨੂੰ ਖਾਲਸੇ ਨੇ ਫਿਰ ਕਨਾਤ ਖੋਲ ਕਰਕੇ ਅੰਤਰ ਜਦੋਂ ਪ੍ਰਵੇਸ਼ ਕਰਨਾ ਕੀਤਾ ਤੇ ਪ੍ਰਵੇਸ਼ ਕਰਕੇ ਪਿਆਰਿਓ, ਜੋ ਸਤਿਗੁਰੂ ਮਹਾਰਾਜ ਜੀ ਦੀ ਚਿਖਾ ਜੋ ਬਣਾਈ ਗਈ ਸੀ, ਜੋ ਲੱਕੜ ਢੇਰ ਲੱਗ ਗਿਆ ਸੀ, ਜੋ ਸੜ ਕਰਕੇ, ਉਹਨੂੰ ਹੀ ਫਿਰ ਲੈ ਕਰਕੇ ਜੋ ਕੁਛ ਉਹਦੇ ਵਿੱਚੋਂ ਪ੍ਰਾਪਤ ਹੋਇਆ। ਇਤਿਹਾਸਕਾਰ ਇਹ ਵੀ ਬਚਨ ਕਰਦੇ ਕਿ ਉਹਦੇ ਵਿੱਚੋਂ ਕੋਈ ਵੀ ਜੋ ਹੈ ਫੁੱਲ ਆਦਿਕ, ਅਸਥੀਆਂ ਆਦਿਕ ਦੀ ਪ੍ਰਾਪਤੀ ਨਹੀਂ ਹੋਈ। ਇਹਦਾ ਮਤਲਬ ਇਹ ਚੋਜ ਸਤਿਗੁਰੂ ਮਹਾਰਾਜ ਹੀ ਜਾਣਦੇ ਹਨ, ਮਹਾਰਾਜ ਜੀ ਨੇ ਕੀ ਭਾਣਾ ਵਰਤਾਇਆ। ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਅਸਥਾਨ 'ਤੇ ਸਿਰਫ ਇੱਕ ਨਿੱਕੀ ਜੀ ਜੋ ਕਿਰਪਾਨ ਹੈ, ਜੋ ਮਹਾਰਾਜ ਆਪਣੀ ਪੇਟੀ ਦੇ ਵਿੱਚ, ਆਪਣੇ ਸਿਰ ਦੇ ਵਿੱਚ ਸਜਾਇਆ ਕਰਦੇ ਸਨ, ਉਹ ਜਿਹੜੀ ਕਿਰਪਾਨ ਉੱਥੋਂ ਪ੍ਰਾਪਤ ਹੋਈ। ਫਿਰ ਖਾਲਸੇ ਨੇ ਉਹ ਅਸਥਾਨ ਜਿਹੜਾ ਉਹਨੂੰ ਉਂਝ ਹੀ ਰਾਖ ਕਰਕੇ ਫਿਰ ਥੜਾ ਉੱਥੇ ਬਣਾ ਦਿੱਤਾ। ਇਸ ਤਰ੍ਹਾਂ ਪਿਆਰਿਓ, ਤਖਤ ਸਾਹਿਬ ਜੀ ਦੀ ਜੋ ਹੈ ਇਹ ਪਾਵਨ ਅਸਥਾਨ ਦੀ ਰਚਨਾ ਹੋਈ ਹੈ ਸ਼ੁਰੂਆਤ ਦੇ ਵਿੱਚ। ਹੁਣ ਅਗਲੀ ਸੀਰੀਜ਼ ਦੇ ਵਿੱਚ ਜਦੋਂ ਆਪਾਂ ਨੇ ਫਿਰ ਸਤਿਗੁਰੂ ਮਹਾਰਾਜ ਜੀ ਤੋਂ ਬਾਅਦ ਕਿਸ ਤਰ੍ਹਾਂ ਖਾਲਸੇ ਨੇ ਤਖਤ ਸਾਹਿਬ ਜੀ ਦੀ ਸੇਵਾ ਕਰਨੀ ਕੀਤੀ ਹੈ, ਉਹਦੇ ਬਾਬਤ ਪਿਆਰਿਓ ਆਪਾਂ ਨੇ ਵਿਚਾਰਾਂ ਕਰਨੀਆਂ। ਭੁੱਲਾਂ ਚੁੱਕਾਂ ਦੀ ਮਾफ़ੀ ਬਖਸ਼ਣੀ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।